ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਮਹਾਂਪੁਰਸ਼ ਲੰਮੇ ਭਾਵੇਂ ਨਾ ਹੋਣ, ਉੱਚੇ ਜ਼ਰੂਰ ਹੁੰਦੇ ਹਨ। ਜਿਸ ਲਈ ਸਾਰਾ ਸੰਸਾਰ ਭਟਕ ਰਿਹਾ ਹੈ, ਉਹ ਮਨ ਦੀ ਸ਼ਾਂਤੀ ਹੈ। ਮਹਾਨ ਸਾਹਿਤ ਕਦੇ ਵੀ ਕੇਵਲ ਵਰਤਮਾਨ ਬਾਰੇ ਨਹੀਂ ਹੁੰਦਾ, ਇਹ ਸਭ ਸਮਿਆਂ ਲਈ ਹੁੰਦਾ ਹੈ। ਚੰਗਾ ਜੀਵਨ ਪ੍ਰੇਮ ਦਾ ਪ੍ਰੇਰਿਆ ਅਤੇ ਗਿਆਨ ਦਾ ਸੇਧਿਆ ਹੁੰਦਾ ਹੈ। ਕਿਸੇ ਪਿਆਰੇ ਦੇ ਚਲਾਣੇ ਨਾਲ ਸਾਨੂੰ ਲੱਗਦਾ ਹੈ ਕਿ ਕੋਈ ਸਾਡੇ ਜੀਵਨ ਦੀ ਵੀ ਕੰਨੀ ਖਿਸਕਾ ਗਿਆ ਹੈ। ਜਿਸ ਨੂੰ ਦਿਲ ਦਾ ਦੌਰਾ ਪਿਆ ਹੋਵੇ, ਉਹ ਆਪਣੇ ਤੋਂ ਕਿਸੇ ਘੱਟ ਉਮਰ ਵਾਲੇ ਬੰਦੇ ਦੇ ਦਿਲ ਦਾ ਦੌਰਾ ਪੈਣ ਕਾਰਨ ਮਰਨ 'ਤੇ ਪਰੇਸ਼ਾਨ ਹੋ ਜਾਂਦਾ ਹੈ। ਜਦੋਂ ਸਭ ਕੁਝ ਖਾਣ ਦੇ ਵਸੀਲੇ ਉਪਜ ਪੈਂਦੇ ਹਨ, ਤਾਂ ਡਾਕਟਰ ਕਹਿੰਦਾ ਹੈ ਕਿ ਜੋ ਸਵਾਦ ਲੱਗਦਾ ਹੈ, ਉਹ ਨਹੀਂ ਖਾਣਾ। ਨੀਵੇਂ ਬੰਦੇ ਲੜਨ ਅਤੇ ਵਿਰੋਧ ਕਰਨ ਸਮੇਂ ਹੀ ਚਮਕਦੇ ਹਨ। ਪਰਮਾਤਮਾ ਵਿੱਚ ਭਰੋਸਾ ਇਹ ਵਿਸ਼ਵਾਸ ਸਿਰਜਦਾ ਹੈ ਕਿ ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਣਗੇ। ਨਿਰਸੁਆਰਥ ਸੇਵਾ ਕਰਨ ਵਾਲਿਆਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਹ ਅਕਸਰ ਲੰਮਾ ਜੀਵਨ ਜਿਉਂਦੇ ਹਨ। ਗਿਆਨ ਕਹਿੰਦਾ ਹੈ ਅਸੀਂ ਕੁਦਰਤ ਨੂੰ ਨਹੀਂ ਬਦਲ ਸਕਦੇ, ਅਗਿਆਨਤਾ ਕਹਿੰਦੀ ਹੈ ਬਦਲ ਸਕਦੇ ਹਾਂ। ਜਿਹੜਾ ਅਧਿਆਪਕ ਸਾਨੂੰ ਚੰਗਾ ਲੱਗਦਾ ਹੈ, ਉਸ ਦਾ ਵਿਸ਼ਾ ਸੌਖਾ ਹੋ ਜਾਂਦਾ ਹੈ। ਕੁਦਰਤੀ ਨਜ਼ਾਰੇ ਸਾਨੂੰ ਪੈਸਿਆਂ ਤੋਂ ਬਿਨਾਂ ਹੀ ਅਮੀਰ ਹੋਣ ਦਾ ਅਹਿਸਾਸ ਕਰਾਉਂਦੇ ਹਨ। ਤੰਗ ਸਕੂਲਾਂ ਵਿਚਲੇ ਬੱਚਿਆਂ ਵਿੱਚ ਕੁਝ ਸੋਚਣ ਕਰਨ ਦੀ ਇੱਛਾ ਵੀ ਤੰਗ ਹੋ ਜਾਂਦੀ ਹੈ। ਨਾਨੇ ਨਾਨੀ ਦਾਦੇ ਦਾਦੀ ਤੋਂ ਮਿਲੇ ਪੈਸਿਆਂ ਦੀ ਖੁਸ਼ੀ ਮਾਤਾ ਪਿਤਾ ਤੋਂ ਮਿਲੇ ਪੈਸਿਆਂ ਦੀ ਖੁਸ਼ੀ ਨਾਲੋਂ ਵੱਖਰੀ ਅਤੇ ਵਧੇਰੇ ਹੁੰਦੀ ਹੈ। ਚੀਜ਼ਾਂ ਤੋੜਨ ਵਿੱਚ ਬੱਚਿਆਂ ਦੀ ਸਿਰਜਣਾਤਮਕਤਾ ਲੁਕੀ ਹੁੰਦੀ ਹੈ, ਕਿਉਂਕਿ ਜਿਹੜਾ ਤੋੜੇਗਾ ਨਹੀਂ, ਉਹ ਕੁਝ ਸਿਰਜੇਗਾ ਵੀ ਨਹੀਂ। ਹਰੇਕ ਜੀਵ ਜੰਤੂ ਦੁਖੀ ਹੈ, ਪਰ ਸ਼ਿਕਾਇਤ ਕੇਵਲ ਮਨੁੱਖ ਕਰਦਾ ਹੈ। ਡਾਕਟਰਾਂ ਨੂੰ ਮਰੀਜ਼ ਹੀ ਚੰਗੇ ਲੱਗਦੇ ਹਨ, ਤੰਦਰੁਸਤ ਬੰਦੇ ਉਹਨਾਂ ਨੂੰ ਪਰੇਸ਼ਾਨ ਹੀ ਕਰਦੇ ਰਹਿੰਦੇ ਹਨ। ਮਨ ਸਰੀਰ ਦਾ ਸੂਖਮ ਭਾਗ ਹੈ, ਸਰੀਰ ਮਨ ਦਾ ਸਥੂਲ ਰੂਪ ਹੈ। ਜ਼ਿੰਦਗੀ ਨੂੰ ਇੱਕ ਹੱਦ ਤੱਕ ਹੀ ਸਮਝਿਆ ਜਾ ਸਕਦਾ ਹੈ। ਇਸ ਹੱਦ ਤੋਂ ਅੱਗੇ ਜ਼ਿੰਦਗੀ ਅਤੇ ਸਮਝ ਵਿਚਕਾਰ ਰਿਸ਼ਤਾ ਟੁੱਟ ਜਾਂਦਾ ਹੈ। ਜੀਵਨ ਵਿੱਚ ਮਾਯੂਸੀ ਇਸ ਕਾਰਨ ਵੀ ਹੈ ਕਿਉਂਕਿ ਮਨੁੱਖ ਹਰ ਰਿਸ਼ਤੇ ਨੂੰ ਗਣਿਤ ਦੇ ਪ੍ਰਸ਼ਨ ਵਾਂਗ ਸਮਝਣਾ ਚਾਹੁੰਦਾ ਹੈ। ਚੰਗੇ ਬਜ਼ੁਰਗ ਲੱਗਦੇ ਉਦਾਸ ਹਨ, ਪਰ ਵਾਸਤਵਿਕ ਵਿੱਚ ਉਹ ਡੂੰਘੇ, ਸ਼ਾਂਤ ਅਤੇ ਗੰਭੀਰ ਹੁੰਦੇ ਹਨ। ਜੇ ਰਾਤ ਨਾ ਹੁੰਦੀ ਤਾਂ ਮਨੁੱਖ ਨੇ ਦਿਨ ਦੀ ਥਕਾਵਟ ਨਾਲ ਹੀ ਮਰ ਜਾਣਾ ਸੀ। ਜਦੋਂ ਸਾਰੇ ਅਚਾਨਕ ਚੁੱਪ ਹੋ ਜਾਣ ਤਾਂ ਵਕਤ ਦੇ ਰੁਕ ਜਾਣ ਦਾ ਅਹਿਸਾਸ ਹੁੰਦਾ ਹੈ। ਉਦੇਸ਼ ਤੋਂ ਬਿਨਾਂ ਸਫਲਤਾ ਦੇ ਕੋਈ ਅਰਥ ਨਹੀਂ ਹੁੰਦੇ। ਜਦੋਂ ਸਾਡੀ ਕੋਈ ਇੱਛਾ ਜਾਗਦੀ ਹੈ ਤਾਂ ਉਸ ਦੀ ਪੂਰਤੀ ਲਈ ਅਸੀਂ ਭਵਿੱਖ ਉਪਜਾ ਲੈਂਦੇ ਹਾਂ। ਜੇ ਸਿਹਤ ਚੰਗੀ ਹੋਵੇ ਤਾਂ ਹਰ ਚੀਜ਼ ਦੀ ਆਸ ਬਣੀ ਰਹਿੰਦੀ ਹੈ। ਹਰ ਪਲ ਨਵਾਂ ਹੁੰਦਾ ਹੈ, ਪਰ ਹਰ ਪਲ ਨੂੰ ਮਨੁੱਖ ਮਿਲਦਾ ਪੁਰਾਣੇ ਢੰਗ ਨਾਲ ਹੈ। ਸੁਚੇਤ ਮਨ ਤੋਂ ਪਰੇ ਇੱਕ ਸਾਂਝਾ ਅਚੇਤ ਮਨ ਹੁੰਦਾ ਹੈ, ਜਿਹੜਾ ਕਰੋੜਾਂ ਸਾਲ ਪੁਰਾਣਾ ਹੈ। ਬੱਚਾ ਮਾਂ ਦੇ ਗਰਭ ਵਿੱਚ ਇਸ ਧਰਤੀ ਉੱਤੇ ਜੀਵਨ ਦੇ ਪਹਿਲੇ ਦਿਨ ਤੋਂ ਆਪਣੇ ਜਨਮ ਲੈਣ ਤੱਕ ਦਾ ਕਰੋੜਾਂ ਸਾਲਾਂ ਦਾ ਸਫ਼ਰ ਤੈਅ ਕਰਦਾ ਹੈ। ਜੋ ਵੀ ਸਹੀ ਢੰਗ ਨਾਲ ਜੀ ਰਿਹਾ ਹੈ, ਉਹ ਨਹੀਂ ਪੁੱਛੇਗਾ ਜੀਵਨ ਕੀ ਹੈ ਜਾਂ ਜੀਵਨ ਦਾ ਉਦੇਸ਼ ਕੀ ਹੈ।
ਬੁਰਾਈ ਵੇਖੋਗੇ ਤਾਂ ਸੋਚ ਦੀ ਪੱਧਰ ਨੀਵੀਂ ਹੀ ਰਹੇਗੀ, ਕਿਉਂਕਿ ਨੀਵੀਂ ਸੋਚ ਨਾਲ ਕੇਵਲ ਬੁਰਾਈ ਹੀ ਵੇਖੀ ਜਾ ਸਕਦੀ ਹੈ। ਧਾਰਮਿਕ ਸਥਾਨ, ਪਾਰਟੀ, ਕਲੱਬ, ਧੜੇਬੰਦੀ, ਪਰਿਵਾਰ ਆਦਿ ਇਕੱਲੇਪਣ ਦੀ ਉਕਤਾਹਟ ਤੋਂ ਬਚਣ ਦੇ ਉਪਰਾਲੇ ਹੁੰਦੇ ਹਨ। ਡਰ ਦੇ ਆਲੇ ਦੁਆਲੇ ਘੁੰਮਦੇ ਵਿਚਾਰਾਂ ਨੂੰ ਚਿੰਤਾ ਕਹਿੰਦੇ ਹਨ। ਪਿਆਰ ਅਗਾਹਾਂ ਵੱਲ ਵੇਖਦਾ ਹੈ, ਨਫ਼ਰਤ ਬੀਤੇ 'ਤੇ ਕੇਂਦਰਿਤ ਹੁੰਦੀ ਹੈ। ਹਰ ਚੀਜ਼ ਦਾ ਉਜਵਲ ਪੱਖ ਵੇਖਣ ਨਾਲ ਸੋਚ ਉੱਚੀ ਹੋ ਜਾਂਦੀ ਹੈ। ਉੱਚੀ ਸੋਚ ਕੇਵਲ ਗੁਣ ਵੇਖਦੀ ਹੈ। ਪਛਤਾਵਾ ਵਾਪਰ ਚੁੱਕੇ ਦਾ ਅਤੇ ਚਿੰਤਾ ਵਾਪਰਨ ਵਾਲੇ ਦੀ ਕੀਤੀ ਜਾਂਦੀ ਹੈ। ਜਵਾਨੀ ਉਹ ਉਮਰ ਹੁੰਦੀ ਹੈ ਜਦੋਂ ਗੱਲਾਂ ਛੋਟੀਆਂ ਅਤੇ ਹਾਸੇ ਲੰਮੇ ਹੁੰਦੇ ਹਨ। ਅਨੇਕਾਂ ਘਰ ਇਸ ਲਈ ਬਰਬਾਦ ਹੋ ਰਹੇ ਹਨ ਕਿਉਂਕਿ ਉੱਥੇ ਪੈਸੇ ਬਾਰੇ ਦ੍ਰਿਸ਼ਟੀਕੋਣ ਸਹੀ ਨਹੀਂ ਹੈ। ਸੰਤ ਉਹ ਹੈ ਜੋ ਬੁਰਾਈ ਨਾ ਵੇਖੇ। ਮਹਾਂਪੁਰਸ਼ ਉਹ ਹੈ ਜਿਹੜਾ ਕੇਵਲ ਅੱਛਾਈ ਹੀ ਵੇਖੇ। ਤਾਕਤ ਅਤੇ ਪੈਸੇ ਦਾ ਸਿੱਧਾ ਸੰਬੰਧ ਹੈ। ਜਿਨ੍ਹਾਂ ਕੋਲ ਪੈਸਾ ਹੈ ਉਹ ਤਾਕਤ ਪਿੱਛੇ ਦੌੜ ਰਹੇ ਹਨ। ਜਿਨ੍ਹਾਂ ਕੋਲ ਤਾਕਤ ਹੈ ਉਹ ਪੈਸੇ ਮਗਰ ਹਨ। ਮਾਫ਼ ਕਰਨ ਦੀ ਭਾਵਨਾ ਤੋਂ ਬਿਨਾਂ ਪ੍ਰਸੰਨ ਨਹੀਂ ਹੋਇਆ ਜਾ ਸਕਦਾ। ਪੈਸੇ ਨਾਲ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ, ਪਰ ਪੈਸੇ ਬਿਨਾਂ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ। ਚਿੰਤਾ ਕਰ ਰਿਹਾ ਵਿਅਕਤੀ ਮੀਂਹ ਆਉਣ ਤੋਂ ਪਹਿਲਾਂ ਹੀ ਛਤਰੀ ਖੋਲ੍ਹ ਲੈਂਦਾ ਹੈ। ਬੱਚਤ ਦੀ ਆਦਤ ਤੋਂ ਬਿਨਾਂ ਸਭ ਆਦਤਾਂ ਚਲਿੱਤਰ ਬਣ ਜਾਂਦੀਆਂ ਹਨ। ਪੈਸਾ ਕਮਾਉਣਾ ਅਜਿਹਾ ਸ਼ੌਕ ਹੈ ਜਿਸ ਨਾਲ ਸਾਰੇ ਸ਼ੌਕ ਪੂਰੇ ਕੀਤੇ ਜਾਂਦੇ ਹਨ। ਪੈਸੇ ਦੀ ਪਰਵਾਹ ਨਾ ਕਰਨ ਵਾਲੇ ਵਕਤ ਦੀ ਪਰਵਾਹ ਵੀ ਨਹੀਂ ਕਰਦੇ, ਜਿਸ ਕਾਰਨ ਉਹਨਾਂ ਕੋਲ ਇਹਨਾਂ ਦੋਹਾਂ ਦੀ ਘਾਟ ਹੀ ਰਹਿੰਦੀ ਹੈ। ਦੂਜਿਆਂ ਨੂੰ ਖੁਸ਼ ਕੀਤੇ ਬਿਨਾਂ ਆਪ ਪ੍ਰਸੰਨ ਨਹੀਂ ਹੋਇਆ ਜਾ ਸਕਦਾ। ਜਦੋਂ ਪੈਸਾ ਬੋਲਦਾ ਹੈ ਕੋਈ ਨਹੀਂ ਕਹਿੰਦਾ ਕਿ ਸਮਝ ਨਹੀਂ ਆ ਰਹੀ। ਵਕਤ ਪੈਸੇ ਨਾਲੋਂ ਵੀ ਕੀਮਤੀ ਹੁੰਦਾ ਹੈ। ਪੈਸਾ ਮੁੜ ਕਮਾਇਆ ਜਾ ਸਕਦਾ ਹੈ, ਪਰ ਵਕਤ ਮੁੜ ਨਹੀਂ ਮਿਲਦਾ। ਸ਼ੀਸ਼ੇ ਵਿੱਚ ਹੀ ਨਾ ਵੇਖੀ ਜਾਓ, ਬਾਰੀ ਤੋਂ ਬਾਹਰ ਵੀ ਵੇਖੋ। ਭਰਿੰਡ ਅਕਸਰ ਉਦਾਸ ਚਿਹਰੇ 'ਤੇ ਹੀ ਡੰਗ ਮਾਰਦੀ ਹੈ। ਹੱਸਣ ਵਾਲਿਆਂ ਦੀ ਜ਼ਿੰਦਗੀ ਉੱਤੇ ਪਕੜ ਮਜ਼ਬੂਤ ਹੁੰਦੀ ਹੈ। ਜ਼ਿੰਦਗੀ ਉੱਤੇ ਮਜ਼ਬੂਤ ਪਕੜ ਤੋਂ ਬਿਨਾਂ ਹੱਸਣਾ ਸੰਭਵ ਨਹੀਂ ਹੁੰਦਾ। ਪੈਸੇ ਨੂੰ ਕਿਸੇ ਬੇਇੱਜ਼ਤੀ ਦੀ ਪਰਵਾਹ ਨਹੀਂ ਹੁੰਦੀ। ਪਰਿਵਾਰਕ ਜੀਵਨ ਦੀ ਕੁਰਬਾਨੀ ਦੇ ਕੇ ਕਮਾਏ ਪੈਸੇ ਵਿੱਚੋਂ ਤਸੱਲੀ ਨਹੀਂ ਮਿਲੇਗੀ। ਇਸਤਰੀ ਨੂੰ ਆਪਣੇ ਕੁਦਰਤੀ ਹੁਸਨ ਨਾਲ ਕਦੇ ਰੱਜ ਨਹੀਂ ਹੁੰਦਾ। ਲੋਕ ਇਸ ਲਈ ਪ੍ਰਸਿੱਧ ਹੋਣਾ ਚਾਹੁੰਦੇ ਹਨ ਕਿਉਂਕਿ ਪ੍ਰਸਿੱਧ ਬੰਦੇ ਲਈ ਸਭ ਥਾਵਾਂ 'ਤੇ ਸਾਰੇ ਬੂਹੇ ਖੁੱਲ੍ਹ ਜਾਂਦੇ ਹਨ। ਆਪਣੀ ਪ੍ਰਸੰਨਤਾ ਸਾਡੀ ਜ਼ਿੰਮੇਵਾਰੀ ਹੈ। ਦੂਜੇ ਆਰਜੀ ਤੌਰ 'ਤੇ ਸਹਾਇਕ ਹੋ ਸਕਦੇ ਹਨ, ਪਰ ਜ਼ਿੰਮੇਵਾਰੀ ਸਾਡੀ ਹੀ ਰਹੇਗੀ। ਅਜੋਕੀਆਂ ਖੇਡਾਂ ਅਜਿਹੀਆਂ ਬਣ ਗਈਆਂ ਹਨ ਜਿਨ੍ਹਾਂ ਵਿੱਚ ਖਿਡਾਰੀਆਂ ਨੂੰ ਆਰਾਮ ਅਤੇ ਦਰਸ਼ਕਾਂ ਨੂੰ ਕਸਰਤ ਕਰਨ ਦੀ ਲੋੜ ਪੈਂਦੀ ਹੈ। ਅਕਸਰ ਲੋਕ ਉਹ ਪੈਸੇ ਖਰਚਣੇ ਚਾਹੁੰਦੇ ਹਨ ਜਿਹੜੇ ਉਹਨਾਂ ਨੇ ਕਮਾਏ ਨਹੀਂ ਹੁੰਦੇ। ਉਹ ਚੀਜ਼ਾਂ ਖਰੀਦਣ ਲਈ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ। ਉਹਨਾਂ ਨੂੰ ਦਿਖਾਉਣ ਲਈ ਜਿਹੜੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਅਕਸਰ ਲੋਕ ਉਹ ਪੈਸੇ ਖਰਚਣੇ ਚਾਹੁੰਦੇ ਹਨ ਜਿਹੜੇ ਉਹਨਾਂ ਨੇ ਕਮਾਏ ਨਹੀਂ ਹੁੰਦੇ। ਉਹ ਚੀਜ਼ਾਂ ਖਰੀਦਣ ਲਈ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ। ਉਹਨਾਂ ਨੂੰ ਵਿਖਾਉਣ ਲਈ ਜਿਹੜੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਪੈਸਾ ਜ਼ਿੰਦਗੀ ਅਤੇ ਸੰਸਾਰ ਵਿੱਚੋਂ ਲੰਘਣ ਲਈ ਰਾਹ ਸਾਫ਼ ਕਰਨ ਦੀ ਸਹੂਲਤ ਬਣਦਾ ਹੈ। ਕਿਸੇ ਦੀ
ਡਾਢੀ ਲੋੜ ਬਣੇ ਰਹਿਣ ਨਾਲ ਸਾਡੀਆਂ ਲੋੜਾਂ ਆਪੇ ਪੂਰੀਆਂ ਹੋਈਆਂ ਜਾਂਦੀਆਂ ਹਨ। ਚੋਰ ਵੀ ਪੈਸੇ ਦਾ ਸਤਿਕਾਰ ਕਰਦੇ ਹਨ। ਇਸੇ ਕਾਰਨ ਉਹ ਦੂਜਿਆਂ ਦੇ ਪੈਸੇ ਨੂੰ ਆਪਣਾ ਬਣਾਉਣ ਲਈ ਰਾਤ ਭਰ ਮਿਹਨਤ ਕਰਦੇ ਹਨ। ਧਰਮ ਨੇ ਲੋਭ ਨੂੰ ਭੰਡ ਕੇ ਇਸ ਨੂੰ ਹਰਮਨ ਪਿਆਰਾ ਬਣਾ ਦਿੱਤਾ ਹੈ। ਕਿਸੇ ਰਿਸ਼ਤੇਦਾਰ ਨੂੰ ਉਧਾਰ ਦੇਣਾ ਅਤੇ ਉੱਕਾ ਪੁੱਕਾ ਦੇ ਦੇਣਾ ਇੱਕ ਹੀ ਗੱਲ ਹੈ, ਕਿਉਂਕਿ ਦੋਹਾਂ ਦੀ ਲਾਗਤ ਬਰਾਬਰ ਹੁੰਦੀ ਹੈ। ਇਸ ਸੰਸਾਰ ਵਿੱਚ ਹਰ ਕੋਈ ਆਪਣੇ ਆਪ ਨੂੰ ਲੱਭ ਰਿਹਾ ਹੈ। ਜ਼ਿੰਦਗੀ ਦਾ ਪਹਿਲਾ ਧੱਕਾ ਉਦੋਂ ਲੱਗਦਾ ਹੈ ਜਦੋਂ ਸਾਨੂੰ ਆਪਣੀ ਕਮਾਈ ਹੋਈ ਆਮਦਨ ਵਿੱਚ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਭ੍ਰਿਸ਼ਟਾਚਾਰ ਬੱਚਿਆਂ ਦਾ ਭਵਿੱਖ ਸੰਵਾਰਨ ਵਾਸਤੇ ਕੀਤਾ ਜਾਂਦਾ ਹੈ, ਪਰ ਸਫਲਤਾ ਉਹਨਾਂ ਦਾ ਭਵਿੱਖ ਵਿਗਾੜਨ ਵਿੱਚ ਹੀ ਮਿਲਦੀ ਹੈ। ਪੈਸੇ ਨਾ ਰਹਿਣ ਦੀ ਸੂਰਤ ਵਿੱਚ ਸਾਡੀ ਆਪਣੇ ਆਪ ਨਾਲ ਜਾਣ ਪਛਾਣ ਹੋ ਜਾਂਦੀ ਹੈ, ਕਿਉਂਕਿ ਝੂਠੀ ਮਹਿਮਾ ਕਰਨ ਵਾਲੇ ਨਹੀਂ ਰਹਿੰਦੇ। ਹਵਾਈ ਕਿਲੇ ਬਣਾਉਣ ਲਈ ਵੀ ਪੈਸਿਆਂ ਦੀ ਲੋੜ ਪੈਂਦੀ ਹੈ। ਗਰੀਬਾਂ ਵਿੱਚ ਵਿਆਹ ਤੋੜਨ ਦੀ ਮਾਇਕ ਹਿੰਮਤ ਨਹੀਂ ਹੁੰਦੀ। ਇਸੇ ਕਰਕੇ ਤਲਾਕ ਅਕਸਰ ਪੈਸੇ ਵਾਲਿਆਂ ਦੇ ਪਰਿਵਾਰਾਂ ਵਿੱਚ ਹੁੰਦੇ ਹਨ। ਜਿੱਥੇ ਪੈਸਾ ਹੈ ਉੱਥੇ ਝਗੜਾ ਹੋਵੇਗਾ। ਝਗੜਾ ਪੈਸੇ ਕਰਕੇ ਨਹੀਂ ਹੋਵੇਗਾ, ਪੈਸੇ ਪ੍ਰਤੀ ਦ੍ਰਿਸ਼ਟੀਕੋਣ ਕਰਕੇ ਹੋਵੇਗਾ। ਸੌਖੀਆਂ ਕਿਸ਼ਤਾਂ 'ਤੇ ਚੀਜ਼ਾਂ ਖਰੀਦਣ ਵਾਲੇ ਜਲਦੀ ਜਾਣ ਜਾਂਦੇ ਹਨ ਕਿ ਵਪਾਰੀਆਂ ਵੱਲੋਂ ਸੌਖੀਆਂ ਵਿਸ਼ੇਸ਼ਣ ਦੀ ਦੁਰਵਰਤੋਂ ਕੀਤੀ ਗਈ ਹੈ। ਹਰ ਦੁਕਾਨਦਾਰ ਦੀਆਂ ਦੋ ਸ਼ਕਲਾਂ ਹੁੰਦੀਆਂ ਹਨ। ਦੂਜੀ ਉਦੋਂ ਦਿਸਦੀ ਹੈ ਜਦੋਂ ਕੋਈ ਚੀਜ਼ ਮੋੜਨ ਜਾਈਏ। ਕੰਜੂਸ ਪੈਸਾ ਜੋੜ ਕੇ ਆਨੰਦ ਲੈਂਦਾ ਹੈ, ਸ਼ਾਹਖਰਚ ਪੈਸਾ ਖਰਚ ਕੇ ਆਨੰਦ ਲੈਂਦਾ ਹੈ, ਪਰ ਦੋਵੇਂ ਇੱਕ ਦੂਜੇ ਨੂੰ ਮੂਰਖ ਸਮਝਦੇ ਹਨ। ਕੰਜੂਸ ਪੈਸਾ ਜੋੜ ਕੇ ਆਨੰਦ ਲੈਂਦਾ ਹੈ, ਸ਼ਾਹ ਪੈਸਾ ਖਰਚ ਕੇ ਆਨੰਦ ਲੈਂਦਾ ਹੈ, ਪਰ ਦੋਵੇਂ ਇੱਕ ਦੂਜੇ ਨੂੰ ਮੂਰਖ ਸਮਝਦੇ ਹਨ। ਪੈਸੇ ਨਾਲ ਖੁਸ਼ੀ ਭਾਵੇਂ ਨਾ ਲੱਭੇ, ਪਰ ਸਾਥੀ ਲੱਭਣ ਵਿੱਚ ਸੌਖ ਹੁੰਦੀ ਹੈ। ਪੁਰਾਣੇ ਜ਼ਮਾਨੇ ਵਿੱਚ ਪੈਸੇ ਬਚਾਉਣ ਵਾਲੇ ਨੂੰ ਕੰਜੂਸ ਕਹਿੰਦੇ ਸੀ, ਅੱਜ ਕੱਲ੍ਹ ਅਜੂਬਾ ਕਹਿੰਦੇ ਹਨ। ਜਿਹੜੇ ਹਰ ਕਿਸੇ ਨਾਲ ਬਹਿਸ ਕਰਦੇ ਹਨ, ਉਹ ਵੀ ਪੈਸੇ ਨਾਲ ਬਹਿਸ ਨਹੀਂ ਕਰਦੇ। ਅਜੋਕੇ ਜੀਵਨ ਵਿੱਚ ਸਮੱਸਿਆਵਾਂ ਇਤਨੀਆਂ ਹਨ ਕਿ ਸਵੇਰ ਦੀ ਸਮੱਸਿਆਵਾਂ ਸ਼ਾਮ ਹੁੰਦੇ ਹੁੰਦੇ ਪੁਰਾਣੀਆਂ ਹੋ ਜਾਂਦੀਆਂ ਹਨ ਅਤੇ ਨਵੀਆਂ ਉਪਜ ਪੈਂਦੀਆਂ ਹਨ। ਇੱਕ ਵਾਰੀ ਜੇ ਅੱਖ ਭਟਕ ਜਾਵੇ ਤਾਂ ਭਟਕਦੀ ਹੀ ਚਲੀ ਜਾਂਦੀ ਹੈ। ਰਾਜਨੀਤੀ ਦੀ ਦੁਰਵਰਤੋਂ ਹੋਣ ਕਾਰਨ ਇਸ ਦੇ ਅਰਥ ਚੰਗੇ ਨਹੀਂ ਰਹੇ। ਤਿਉਹਾਰ ਫਿੱਕੇ ਪੈਂਦੇ ਜਾਂਦੇ ਜੀਵਨ ਵਿੱਚ ਰੰਗ ਭਰ ਕੇ ਇਸ ਦੀ ਰੌਣਕ ਵਧਾ ਦਿੰਦੇ ਹਨ। ਕਮਾਰੇ ਬੰਦੇ ਨੂੰ ਕੇਵਲ ਇੱਕ ਲਾਭ ਹੁੰਦਾ ਹੈ ਕਿ ਉਹ ਮੰਜੇ ਦੇ ਦੋਵੇਂ ਪਾਸਿਓਂ ਥੱਲੇ ਉਤਰ ਸਕਦਾ ਹੈ। ਮਾਵਾਂ ਸੰਸਾਰ ਵਿੱਚ ਆਪਣੀ ਸੰਤਾਨ ਦਾ ਰਾਹ ਸਾਫ਼ ਕਰਨ ਵਿੱਚ ਰੁੱਝੀਆਂ ਰਹਿੰਦੀਆਂ ਹਨ। ਪਿਆਸੇ ਨੂੰ ਜਦੋਂ ਪਾਣੀ ਮਿਲਦਾ ਹੈ ਤਾਂ ਉਹ ਪਿਆਸ ਦਾ ਆਨੰਦ ਮਾਣਦਾ ਹੈ। ਕਿਸੇ ਥਾਣੇ ਵਿੱਚ ਅਜੇ ਤੱਕ ਗਿੱਧਾ ਨਹੀਂ ਪਿਆ। ਜਦੋਂ ਤੱਕ ਦੇਸ਼ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਸਾਂਝੀ ਯੋਗਤਾ ਨਹੀਂ ਉਪਜਦੀ, ਸਾਡੀਆਂ ਆਪਣੀਆਂ ਸਮੱਸਿਆਵਾਂ ਵੀ ਹੱਲ ਨਹੀਂ ਹੋਣਗੀਆਂ। ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖ ਰਹੀ ਮੁਟਿਆਰ ਸ਼ੀਸ਼ੇ ਨੂੰ ਆਪਣਾ ਸਾਥੀ ਬਣਾ ਲੈਂਦੀ ਹੈ। ਧਾਰਮਿਕ ਸਥਾਨ ਉਸਾਰਨ ਲਈ ਪੈਸਾ ਨਹੀਂ, ਉਤਸ਼ਾਹ ਚਾਹੀਦਾ ਹੁੰਦਾ ਹੈ। ਮਸ਼ਹੂਰ ਬੰਦੇ ਨੂੰ ਮਾਰਨ ਵਾਲੇ ਵੀ ਮਸ਼ਹੂਰ ਹੋ ਜਾਂਦੇ ਹਨ। ਇਸਤਰੀ ਜਾਣਦੀ ਹੈ ਕਿ ਪੁਰਸ਼ ਉਸ ਦੀ ਸੁੰਦਰਤਾ ਨੂੰ ਵੇਖਣਾ ਚਾਹੁੰਦਾ ਹੈ, ਸੋ ਉਹ ਸੁੰਦਰ ਬਣਨ ਦਾ ਹਰ ਸੰਭਵ ਯਤਨ ਕਰਦੀ ਹੈ। ਜੇ ਇਸਤਰੀਆਂ ਸੋਹਣੀਆਂ ਨਾ ਹੁੰਦੀਆਂ ਤਾਂ ਕਿਸੇ ਪੁਰਸ਼ ਨੇ ਕਿਸੇ ਵੀ ਖੇਤਰ ਵਿੱਚ ਕੋਈ ਕਮਾਈ ਨਹੀਂ ਸੀ ਕਰਨੀ।
ਸ਼ਤਰੰਜ ਦੀ ਖੇਡ ਮੁੱਕਣ 'ਤੇ ਬਾਦਸ਼ਾਹ ਅਤੇ ਪਿਆਦਾ ਆਦਿ ਸਾਰੇ ਇੱਕ ਹੀ ਡੱਬੇ ਵਿੱਚ ਰਹਿੰਦੇ ਹਨ। ਸ਼ੁਕਰ ਹੈ ਸ਼ਾਹਜਹਾਨ ਨੇ ਤਾਜ ਮਹਿਲ ਕਿਸੇ ਠੇਕੇਦਾਰ ਤੋਂ ਨਹੀਂ ਸੀ ਬਣਵਾਇਆ। ਪ੍ਰਸੰਨਤਾ ਵਧਾਈਆਂ ਮਿਲਣ ਤੱਕ ਹੀ ਹੁੰਦੀ ਹੈ, ਇਸ ਤੋਂ ਪਹਿਲਾਂ ਅਤੇ ਮਗਰੋਂ ਕੰਮ ਕਰਨਾ ਪੈਂਦਾ ਹੈ। ਜੀਵਨ ਦੇ ਸਾਰੇ ਤਜਰਬੇ ਪ੍ਰਾਪਤ ਕਰਨ ਵਾਸਤੇ ਬੁਢਾਪਾ ਬੜਾ ਜ਼ਰੂਰੀ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ ਤਾਂ ਪੰਜਾਬੀ ਦੀ ਲਿਪੀ ਗੁਰਮੁਖੀ ਨਹੀਂ ਸੀ ਹੋਣੀ। ਵਿੱਦਿਆ ਸਾਡੇ ਵਖਰੇਵਿਆਂ ਅਤੇ ਸਾਂਝਾਂ ਦੋਹਾਂ ਨੂੰ ਉਘਾੜ ਦਿੰਦੀ ਹੈ। ਲੋਕ ਗੀਤ ਕਿਸੇ ਬੋਲੀ ਦੀ ਸਦੀਆਂ ਦੀ ਕਮਾਈ ਹੁੰਦੇ ਹਨ, ਜਿਨ੍ਹਾਂ ਦੀ ਸਦੀਆਂ ਤੱਕ ਵਰਤੋਂ ਹੁੰਦੀ ਹੈ। ਕੁਦਰਤ ਸਾਰੇ ਜੀਵਾਂ ਦੀ ਨਿਰਪੱਖ ਮਾਂ ਹੁੰਦੀ ਹੈ। ਵਕਤ ਦੀ ਫਜ਼ੂਲ ਖਰਚੀ ਸਭ ਤੋਂ ਮਹਿੰਗਾ ਸ਼ੌਂਕ ਹੈ। ਮਹਾਨਤਾ ਦੇ ਸਾਰੇ ਗੁਣ ਨਾਰੀ ਗੁਣ ਹਨ, ਇਹਨਾਂ ਨੂੰ ਅਪਣਾ ਕੇ ਪੁਰਸ਼ ਮਹਾਨ ਬਣ ਜਾਂਦੇ ਹਨ। ਮਾਵਾਂ ਕੋਲ ਸਿਧਾਂਤ ਅਤੇ ਫਲਸਫੇ ਨਹੀਂ ਹੁੰਦੇ, ਭਾਵਕ ਸੂਝ ਅਤੇ ਮੋਹ ਹੁੰਦਾ ਹੈ। ਮਹਾਨਤਾ ਮਰਦਾਨਾ ਸੰਕਲਪ ਹੈ, ਨਾਰੀ ਜੀਵਨ ਸਿਰਜਣ ਕਰਕੇ ਜਨਮਜਾਤ ਮਹਾਨ ਹੈ। ਪੁਰਸ਼ ਨੇ ਬਹੁਤ ਕਾਨੂੰਨ ਬਣਾਏ ਹਨ ਅਤੇ ਲਗਭਗ ਸਾਰੇ ਤੋੜੇ ਹਨ। ਇਸਤਰੀ ਨੇ ਕੋਈ ਕਾਨੂੰਨ ਨਹੀਂ ਬਣਾਇਆ ਅਤੇ ਕੋਈ ਤੋੜਿਆ ਵੀ ਨਹੀਂ। ਸਿਖਰ 'ਤੇ ਪਹੁੰਚ ਕੇ ਪੁਰਸ਼ਾਂ ਵਿੱਚ ਵੀ ਨਾਰੀ ਗੁਣ ਜਾਗ ਪੈਂਦੇ ਹਨ। ਅਸਲ ਯੋਧਾ ਉਹ ਹੁੰਦਾ ਹੈ ਜਿਹੜਾ ਨਪੋਲੀਅਨ ਵਾਂਗ ਹਾਰਨ ਦੇ ਬਾਵਜੂਦ ਮਹਾਨ ਸਮਝਿਆ ਜਾਵੇ। ਇਸਤਰੀ ਪ੍ਰਸ਼ੰਸਾ ਨਾਲੋਂ ਵੀ ਆਪਣੀ ਨਿੰਦਾ ਵਧੇਰੇ ਧਿਆਨ ਨਾਲ ਸੁਣਦੀ ਹੈ। ਜਿੱਥੇ ਕੰਮ ਕਰਨ ਦਾ ਉਤਸ਼ਾਹ ਨਹੀਂ ਹੁੰਦਾ, ਉੱਥੇ ਬਹਾਨੇ ਹੁੰਦੇ ਹਨ। ਅਸੀਂ ਸਵਰਗ ਕਿਉਂ ਜਾਈਏ, ਧਰਤੀ ਨੂੰ ਸਵਰਗ ਕਿਉਂ ਨਾ ਬਣਾਈਏ। ਵੱਡੇ ਬੰਦੇ ਤੁਰਦੇ ਹੌਲੀ ਹਨ, ਪਰ ਉਹਨਾਂ ਦੇ ਵਿਚਾਰ ਲੰਮੀਆਂ ਪੁਲਾਂਘਾਂ ਪੁੱਟਦੇ ਹਨ, ਸੋ ਉਹ ਅੱਗੇ ਹੀ ਰਹਿੰਦੇ ਹਨ। ਜਿੱਥੇ ਸੁਧਾਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉੱਥੇ ਹੀ ਸੁਧਾਰ ਦਾ ਸਭ ਤੋਂ ਵੱਧ ਵਿਰੋਧ ਹੁੰਦਾ ਹੈ। ਕਰਮਚਾਰੀਆਂ ਨੂੰ ਇੱਕ ਵਾਰੀ ਦਿੱਤੀ ਸਹੂਲਤ ਵਾਪਸ ਨਹੀਂ ਲਈ ਜਾ ਸਕਦੀ। ਸੁੰਦਰਤਾ ਦੇ ਦਰਸ਼ਨ ਮਨੁੱਖ ਨੂੰ ਇਕਾਗਰ ਕਰ ਦਿੰਦੇ ਹਨ। ਸ਼ਿੰਗਾਰ ਕਿਸ ਲੇਖੇ ਜੇ ਕੋਈ ਪਰਤ ਕੇ ਨਾ ਵੇਖੇ। ਖਿਆਲਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ, ਕੀ ਪਤਾ ਕਿਹੜੇ ਵੇਲੇ ਕਿਹੜਾ ਆ ਜਾਵੇ। ਵਿਆਹ ਨਾਲ ਦੋਹਾਂ ਪਰਿਵਾਰਾਂ ਦੀ ਆਰਥਿਕ ਸ਼ਕਤੀ ਨੂੰ ਪਰਸਪਰ ਲਾਭ ਪੁੱਜਦਾ ਹੈ। ਇਸ ਲਾਭ ਨੂੰ ਸਮਾਜਿਕ ਅਮੀਰੀ ਕਹਿੰਦੇ ਹਨ। ਆਤਮਘਾਤ ਨੂੰ ਸਮੱਸਿਆ ਦਾ ਹੱਲ ਸਮਝਿਆ ਜਾਂਦਾ ਹੈ, ਪਰ ਇਸ ਨਾਲ ਕੋਈ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੁੰਦੀ। ਜਦੋਂ ਤੱਕ ਬਰਤਨ ਖਾਲੀ ਨਾ ਕੀਤਾ ਜਾਵੇ, ਉਹ ਮਾਂਜਿਆ ਨਹੀਂ ਜਾ ਸਕਦਾ। ਆਨੰਦ ਦਾ ਕੋਈ ਵਿਪਰੀਤ ਸ਼ਬਦ ਨਹੀਂ ਹੈ। ਸ਼ੰਕਿਆ ਨਾਲ ਦਾਰਸ਼ਨਿਕ ਉਪਜਦੇ ਹਨ, ਸ਼ਰਧਾ ਨਾਲ ਸੰਤ ਉਪਜਦੇ ਹਨ। ਆਯੁਰਵੈਦ ਵਿੱਚ ਤੰਦਰੁਸਤ ਵਿਅਕਤੀ ਉਹ ਹੈ ਜਿਸ ਨੂੰ ਆਪਣੇ ਸਰੀਰ ਦੇ ਹੋਣ ਬਾਰੇ ਪਤਾ ਹੀ ਨਾ ਲੱਗੇ। ਹਰੇਕ ਕਤਲ ਨਾਲ ਔਸਤਨ 6 ਪਰਿਵਾਰ ਬਰਬਾਦ ਹੁੰਦੇ ਹਨ। ਸਰੀਰ ਬਾਰੇ ਅਧਿਕ ਸੁਚੇਤ ਵਿਅਕਤੀ ਵਾਸਤਵ ਵਿੱਚ ਬਿਮਾਰ ਹੁੰਦਾ ਹੈ। ਬੇਵਸੀ ਵਿੱਚ ਮਨੁੱਖ ਆਪਣਾ ਹੰਕਾਰ ਤਿਆਗ ਦਿੰਦਾ ਹੈ। ਭਾਸ਼ਾ ਦੀ ਉਦੋਂ ਲੋੜ ਪੈਂਦੀ ਹੈ ਜਦੋਂ ਦੂਜਾ ਸਾਹਮਣੇ ਹੋਵੇ, ਆਪਣੇ ਲਈ ਭਾਸ਼ਾ ਦੀ ਲੋੜ ਨਹੀਂ ਪੈਂਦੀ। ਇਸ ਸੰਸਾਰ ਵਿੱਚ ਪਸ਼ੂ ਅਜੇ ਤੱਕ ਕਿਸੇ ਪਾਪ ਵਿੱਚ ਨਹੀਂ ਪਏ, ਕਿਉਂਕਿ ਉਹ ਅਜੇ ਵੀ ਪਸ਼ੂ ਹੋਣ ਨਾਲ ਸੰਤੁਸ਼ਟ ਹਨ।
ਕ੍ਰੋਧ ਵਿੱਚ ਦੂਜੇ ਨੂੰ ਨੀਵਾਂ ਵਿਖਾ ਕੇ ਆਪਣੇ ਉੱਚੇ ਹੋਣ ਦੇ ਭਰਮ ਦਾ ਰਸ ਮਾਣਿਆ ਜਾਂਦਾ ਹੈ। ਵਿਗਿਆਨ ਮਨੁੱਖ ਦੇ ਸੁਪਨਿਆਂ ਨੂੰ ਅਸਲੀਅਤ ਬਣਾਉਂਦਾ ਜਾ ਰਿਹਾ ਹੈ। ਜੇ ਸੱਚਾ ਸ਼ਰਧਾਲੂ ਮਿਲ ਜਾਵੇ ਤਾਂ ਭਟਕਿਆ ਹੋਇਆ ਗੁਰੂ ਵੀ ਸਹੀ ਰਾਹ 'ਤੇ ਆ ਜਾਂਦਾ ਹੈ। ਬੱਚੇ ਆਪਣੇ ਮਾਪਿਆਂ ਦਾ ਕਾਇਆ ਕਲਪ ਕਰ ਦਿੰਦੇ ਹਨ। ਜਿੱਥੇ ਹੰਕਾਰ ਹੋਵੇਗਾ ਉੱਥੇ ਸ਼ਿਕਾਇਤ ਹੋਵੇਗੀ, ਜਿੱਥੇ ਹੰਕਾਰ ਨਹੀਂ ਹੈ ਉੱਥੇ ਧੰਨਵਾਦ ਹੋਵੇਗਾ। ਮਨੁੱਖ ਹੀ ਪਰਮਾਤਮਾ ਨੂੰ ਨਹੀਂ ਖੋਜ ਰਿਹਾ, ਪਰਮਾਤਮਾ ਵੀ ਮਨੁੱਖ ਨੂੰ ਲੱਭ ਰਿਹਾ ਹੈ। ਜੇ ਸਾਥ ਪ੍ਰੇਮ ਵਾਲਾ ਹੋਵੇ ਤਾਂ ਦੁੱਖ ਸੁੱਖ ਹੋ ਜਾਂਦਾ ਹੈ। ਜੇ ਸਾਥ ਪ੍ਰੇਮ ਵਾਲਾ ਹੋਵੇ ਤਾਂ ਦੁੱਖ ਸੁੱਖ ਹੋ ਜਾਂਦਾ ਹੈ। ਅੱਖਾਂ ਮੀਚੇ ਬਿਨਾਂ ਅਦਿੱਖ ਨੂੰ ਨਹੀਂ ਵੇਖਿਆ ਜਾ ਸਕਦਾ। ਮਾਪਿਆਂ ਦੇ ਸੰਤੁਲਿਤ ਵਿਕਾਸ ਲਈ ਬੱਚਿਆਂ ਨੂੰ ਮਾਪਿਆਂ ਕੋਲ ਰਹਿਣਾ ਚਾਹੀਦਾ ਹੈ। ਧਿਆਨ ਤੂੰ ਨੂੰ ਕੱਟ ਦਿੰਦਾ ਹੈ, ਪ੍ਰੇਮ ਮੈਂ ਨੂੰ ਕੱਟ ਦਿੰਦਾ ਹੈ। ਸੁਕਰਾਤ ਨੂੰ ਸਿਕੰਦਰ ਵਾਂਗ ਲੜਦਿਆਂ ਕਿਆਸਿਆ ਜਾ ਸਕਦਾ ਹੈ, ਪਰ ਸਿਕੰਦਰ ਨੂੰ ਸੁਕਰਾਤ ਵਾਂਗ ਸੋਚਦਿਆਂ ਨਹੀਂ ਕਿਆਸਿਆ ਜਾ ਸਕਦਾ। ਮਹਾਂਪੁਰਸ਼ ਜੋ ਕਹਿੰਦੇ ਹਨ ਉਹ ਉਹਨਾਂ ਦੇ ਕਹੇ ਜਾਣ ਕਾਰਨ ਸੱਚ ਪ੍ਰਤੀਤ ਹੋਣ ਲੱਗ ਪੈਂਦਾ ਹੈ। ਜਰਮਨ ਹੈਂਕੜ, ਅਮਰੀਕੀ ਧਮਕੀ, ਅੰਗਰੇਜ਼ੀ ਰੋਹਬ, ਫਰਾਂਸੀਸੀ ਨਖਰਾ, ਇਤਾਲਵੀ ਚੁੱਪ, ਯੂਨਾਨੀ ਗੰਭੀਰਤਾ, ਤਿੱਬਤੀ ਨਿਮਰਤਾ, ਇਜ਼ਰਾਈਲੀ ਬਦਲਾ ਅਤੇ ਭਾਰਤੀ ਸ਼ਰਧਾ ਜਗਤ ਪ੍ਰਸਿੱਧ ਹਨ। ਮੂਰਖਤਾ ਉਪਰੰਤ ਪਛਤਾਵੇ ਦੀ ਥਾਂ ਮਾਣ ਕਰਨ ਕਰਕੇ ਸਹਿਜੇ ਹੀ ਪਛਾਣਿਆ ਜਾਂਦਾ ਹੈ। ਅਤੀਤ ਪ੍ਰਤੀ ਅਤ ਅਧਿਕ ਸ਼ਰਧਾ ਪਰਿਵਰਤਨ ਦਾ ਰਾਹ ਰੋਕ ਲੈਂਦੀ ਹੈ। ਸੱਚੇ ਲੋਕਤੰਤਰ ਵਿੱਚ ਸਾਰੇ ਰਾਜ ਕਰਦੇ ਹਨ। ਸਮੇਂ ਦੇ ਅਰਥ ਪਿਆਰੇ ਦੀ ਹਾਜ਼ਰੀ ਜਾਂ ਗੈਰ ਹਾਜ਼ਰੀ ਨਾਲ ਬਦਲ ਜਾਂਦੇ ਹਨ। ਹਰ ਕਿਸੇ ਨੂੰ ਆਪਣੇ ਚੰਗੇ ਪਿਤਾ ਵਰਗਾ ਬਣਨ ਵਾਸਤੇ ਪਿਤਾ ਨਾਲੋਂ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਜੰਗ ਸਮੁੱਚੀ ਮਾਨਵ ਜਾਤੀ ਦੀ ਫਜ਼ੂਲ ਖਰਚੀ ਦਾ ਸਬੂਤ ਹੁੰਦੀ ਹੈ। ਮਾਇਆ ਦਾ ਸੰਤੁਸ਼ਟੀ ਪੜਾਅ ਕੋਈ ਨਹੀਂ ਹੁੰਦਾ। ਇਨਸਾਫ ਉਹ ਗੱਡੀ ਹੈ ਜੋ ਅਕਸਰ ਲੇਟ ਹੋ ਜਾਂਦੀ ਹੈ। ਜਿਨ੍ਹਾਂ ਦੀ ਹਾਜ਼ਰੀ ਨਾਲ ਕੋਈ ਲਾਭ ਨਹੀਂ ਹੁੰਦਾ, ਉਹਨਾਂ ਦੀ ਗੈਰ ਹਾਜ਼ਰੀ ਨਾਲ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।